ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਰਾਜ ਦਾ ਇੱਕ ਰਾਜਾ ਸੀ। ਰਾਜੇ ਦੇ ਬਾਰੇ ਦੂਰ ਦੂਰ ਤੱਕ ਚਰਚਾ ਸੀ ਕਿ ਇਹ ਕਦੇ ਵੀ ਲੜਾਈ ਨੂੰ ਪਸੰਦ ਨਹੀਂ ਕਰਦਾ। ਸਗੋਂ ਕਿਤੇ ਲੜਾਈ ਹੋ ਰਹੀ ਹੋਵੇ ਤੇ ਉਸ ਰਾਜੇ ਤੱਕ ਪਹੁੰਚ ਕਰ ਲਈ ਜਾਂਦੀ ਸੀ ਤੇ ਉਹ ਉਹਨਾਂ ਦਾ ਮਸਲਾ ਸੁਲਝਾ ਦਿਆ ਕਰਦਾ ਸੀ। ਰਾਜੇ ਨੇ ਜ਼ਿੰਦਗੀ ਦੇ ਵਿੱਚ ਕਦੇ ਕੋਈ ਲੜਾਈ ਨਹੀਂ ਸੀ ਲੜੀ। ਇੱਕੋ ਇੱਕ ਲੜਾਈ ਲੜੀ ਸੀ ਤੇ ਉਹ ਵੀ ਉਸਨੇ ਪੂਰੀ ਨਹੀਂ ਸੀ ਕੀਤੀ। ਇਸ ਕਰਕੇ ਉਹਦੇ ਬਾਰੇ ਇਹ ਮਸ਼ਹੂਰ ਸੀ ਕਿ ਉਸਨੇ ਕੋਈ ਲੜਾਈ ਨਹੀਂ ਲੜੀ। ਜਿਹੜੀ ਲੜਾਈ ਦੇ ਵਿੱਚ ਉਹ ਲੜ ਰਿਹਾ ਸੀ, ਉਹ ਲੜਾਈ ਦੇ ਵਿੱਚ ਉਸਨੇ ਅੰਤ ਵੇਲੇ ਸੰਧੀ ਕਰ ਲਈ ਸੀ। ਇਸ ਕਰਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਜਦੋਂ ਵੀ ਆਪਣੇ ਦਰਬਾਰ ਦੇ ਵਿੱਚ ਉਹ ਬੈਠਾ ਹੁੰਦਾ ਸੀ ਜਾਂ ਫਿਰ ਆਪਣੇ ਪਰਿਵਾਰ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਕਿਤੇ ਦੂਰ ਦਰੇਡੇ ਗਿਆ ਹੋਣਾ, ਤਾਂ ਉਸਨੇ ਉਸ ਲੜਾਈ ਦੀਆਂ ਗੱਲਾਂ ਕਰੀ ਜਾਣੀਆਂ। ਮੈਂ ਇੰਝ ਕਰ ਦਿੱਤਾ ਸੀ, ਮੈਂ ਉਹ ਕਰ ਦਿੱਤਾ ਸੀ। ਉਹਦੇ ਬਾਰੇ ਇਹ ਤਾਂ ਮਸ਼ਹੂਰ ਸੀ ਕਿ ਉਸਨੇ ਲੜਾਈ ਨਹੀਂ ਹੋਣ ਦਿੱਤੀ। ਪਰ ਇੱਕ ਗੱਲ ਉਹਦੇ ਬਾਰੇ ਹੋਰ ਪ੍ਰਚਲਿਤ ਹੋ ਗਈ ਕਿ ਆਪਣੀ ਤਾਰੀਫ ਖੁਦ ਕਰਦਾ ਰਹਿੰਦਾ। ਉਸਨੇ ਕਿਹਾ ਕਰਨਾ ਕਿ ਮੇਰੇ ਵਿੱਚ 2 ਹਾਥੀਆਂ ਜਿੰਨੀ ਜਾਨ ਹੈ। ਇਹ ਵੀ ਕਹਿੰਦਾ ਸੀ ਕਿ ਜੇਕਰ ਮੈਂ ਆਪਣੀ ਆਈ 'ਤੇ ਆਇਆ ਹੋਵਾਂ ਤਾਂ ਮੈਂ ਦਰਖਤ ਪੁੱਟ ਸਕਦਾ ਹਾਂ। ਹਰ ਥਾਂ 'ਤੇ ਜਿਹੜਾ ਵੀ ਉਸ ਦੇ ਨਾਲ ਹੁੰਦਾ, ਸਗੋਂ ਉਸਨੂੰ ਵੀ ਇੱਦਾਂ ਮਹਿਸੂਸ ਹੋਇਆ ਕਰਨਾ ਕਿ ਇਹ ਰਾਜਾ ਸ਼ਰੇਆਮ ਗੱਪ ਮਾਰਨ 'ਤੇ ਹੋ ਗਿਆ। ਕਹਿੰਦੇ ਨੇ ਕਿ ਉਸ ਦੇ ਰਾਜ ਵਿੱਚ ਇੱਕ ਵਾਰੀ ਸੱਦਾ ਆਇਆ ਕਿ ਸਾਡੇ ਘਰ ਵਿੱਚ ਭੰਡਾਰਾ ਹੈ। ਇਹ ਸੱਦਾ ਭੇਜਣ ਵਾਲਾ ਇੱਕ ਬਹੁਤ ਵੱਡਾ ਵਪਾਰੀ ਸੀ, ਕਾਰੋਬਾਰੀ ਸੀ। ਉਸਨੇ ਉਚੇਚੇ ਤੌਰ 'ਤੇ ਲਿਖਿਆ ਕਿ ਸਮਾਗਮ ਦੀ ਸ਼ੁਰੂਆਤ ਰਾਜਾ ਸਾਹਿਬ ਦੇ ਆਉਣ ਤੋਂ ਕਰਾਂਗੇ। ਰਾਜਾ ਇੰਨੀ ਕੁ ਗੱਲ ਪੜ੍ਹ ਕੇ ਹੋਰ ਵੀ ਜ਼ਿਆਦਾ ਤੈਸ਼ ਵਿੱਚ ਆ ਗਿਆ। ਹੋਰ ਵੀ ਜ਼ਿਆਦਾ ਉਸਨੇ ਆਪਣੇ ਆਪ ਨੂੰ ਹੰਕਾਰ ਘਮੰਡ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਉਸਨੇ 2-4 ਸਿਪਾਹੀ ਲਏ, 2-4 ਮੰਤਰੀ ਸੰਤਰੀ ਲਏ ਤੇ ਉਸ ਥਾਂ 'ਤੇ ਜਾ ਕੇ ਉਸ ਕਾਰੋਬਾਰੀ ਦੇ ਘਰ ਵਿੱਚ ਜਾ ਕੇ ਬੈਠ ਗਿਆ। ਸਭ ਤੋਂ ਪਹਿਲਾਂ ਉਹਨਾਂ ਨੂੰ ਅਨਾਜ ਪਰੋਸਿਆ ਗਿਆ। ਹੁਣ ਸਾਰੇ ਰਾਜੇ ਦੇ ਮੂੰਹ ਵੱਲ ਦੇਖ ਰਹੇ ਆ ਕਿ ਜਦੋਂ ਇਹ ਉੱਠਦਾ ਹੈ ਤੇ ਫਿਰ ਬਾਕੀ ਸਧਾਰਨ ਲੋਕਾਂ ਨੂੰ ਉਹ ਭੋਜਨ ਕਰਵਾਉਣਗੇ। ਪਰ ਰਾਜਾ ਅੰਨ੍ਹੇਵਾਹ ਖਾ ਰਿਹਾ ਸੀ, ਬਹੁਤ ਜ਼ਿਆਦਾ ਖਾ ਰਿਹਾ ਸੀ। ਰਾਜੇ ਦੇ ਪੇਟ ਨੂੰ ਇੱਥੋਂ ਤੱਕ ਤਕਲੀਫ ਹੋਣ ਲੱਗ ਪਈ। ਉਸ ਦਾ ਮਨ ਭਰ ਗਿਆ, ਪਰ ਫਿਰ ਵੀ ਉਹ ਖਾ ਰਿਹਾ ਸੀ ਕਿਉਂਕਿ ਰਾਜਾ ਚਾਹੁੰਦਾ ਸੀ ਕਿ ਲੋਕ ਇਸ ਗੱਲ ਦੀ ਚਰਚਾ ਕਰਨ ਕਿ ਰਾਜਾ ਖਾਂਦਾ ਬਹੁਤ ਹੈ ਤੇ ਫਿਰ ਮੈਂ ਇਹਨਾਂ ਨੂੰ ਅਗਲੀ ਗੱਲ ਦੱਸਾਂ। ਰਾਜੇ ਦੇ ਨੇੜੇ ਆਇਆ ਇੱਕ ਪੰਡਿਤ। ਉਸਨੇ ਆ ਕੇ ਕਿਹਾ ਕਿ ਰਾਜਾ ਜੀ, ਤੁਸੀਂ ਸ਼ਾਇਦ ਜ਼ਿਆਦਾ ਖਾ ਰਹੇ ਹੋ। ਰਾਜਾ ਅੱਗੋਂ ਹੱਸ ਕੇ ਕਹਿਣ ਲੱਗਾ, ਕਹਿੰਦਾ ਮੇਰੀ ਖੁਰਾਕ ਬਹੁਤ ਜ਼ਿਆਦਾ ਹੈ। ਮੇਰੇ ਵਿੱਚ 2 ਹਾਥੀਆਂ ਜਿੰਨਾ ਜ਼ੋਰ ਐਵੇਂ ਤਾਂ ਨਹੀਂ ਆਇਆ, ਐਵੇਂ ਤਾਂ ਨਹੀਂ ਮੈਂ ਰੁੱਖ ਪੱਟ ਦਿੰਦਾ। ਕਹਿੰਦਾ ਇੱਕ ਵਾਰ ਲੜਾਈ ਦੇ ਵਿੱਚ, ਇਕਲੌਤੀ ਲੜਾਈ ਜਿਹੜੀ ਮੈਂ ਲੜੀ ਹੈ, ਉਹਦੇ ਵਿੱਚ ਦੂਜੀ ਫੌਜ ਦਾ ਸੈਨਾਪਤੀ ਮੇਰੇ ਕੋਲ ਆ ਗਿਆ ਸੀ। ਉਹ ਕੋਈ ਪ੍ਰਸਤਾਵ ਲੈ ਕੇ ਆਇਆ ਸੀ। ਮੈਨੂੰ ਉਸ ਦੀ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ ਤੇ ਮੈਂ ਉਸਨੂੰ ਐਸਾ ਧੱਕਾ ਮਾਰਿਆ ਸੀ, ਉਹ ਕਿੰਨੇ ਮੀਲ ਪਿੱਛੇ ਜਾ ਡਿੱਗਾ ਸੀ। ਪੰਡਿਤ ਨੇ ਗੱਲ ਸੁਣੀ ਤੇ ਚੁੱਪਚਾਪ ਪਿੱਛੇ ਹੋ ਗਿਆ। ਜਿਹੜੇ ਉਸ ਰਾਜੇ ਦੇ ਨਾਲ ਆਏ ਸਨ, ਮੰਤਰੀ ਸੰਤਰੀ ਸਿਪਾਹੀ, ਸਭ ਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਰਾਜਾ ਹੋ ਕੇ ਇਹ ਕੀ ਕਰ ਰਿਹਾ। ਘਰ ਵਾਪਸ ਗਿਆ। ਘਰ ਜਾ ਕੇ ਹੁਣ ਆਪ ਤਾਂ ਔਖਾ ਸੀ, ਉਸਨੂੰ ਟਹਿਲਣਾ ਪੈਣਾ ਸੀ। ਉਸਨੇ ਨਾਲ ਆਪਣੀ ਰਾਣੀ ਲਈ ਬਗੀਚੇ ਵਿੱਚ ਚਲਿਆ ਗਿਆ। ਬਗੀਚੇ ਵਿੱਚ ਜਾ ਕੇ ਆਪਣੀ ਰਾਣੀ ਨੂੰ ਦੱਸ ਰਿਹਾ। ਪਹਿਲਾਂ ਉਸਨੇ ਇਸ ਭੰਡਾਰੇ ਦੇ ਕਿੱਸੇ ਦੱਸੇ ਤੇ ਉਸ ਤੋਂ ਬਾਅਦ ਫਿਰ ਉਸ ਲੜਾਈ ਦਾ ਜ਼ਿਕਰ ਕਰਨ ਲੱਗ ਪਿਆ ਕਿ ਮੈਂ ਇੰਝ ਕਰ ਦਿੱਤਾ। ਜਦੋਂ ਕਹਿੰਦਾ ਕਿ ਵਿਰੋਧੀ ਰਾਜ ਦਾ ਰਾਜਾ ਸੰਧੀ ਕਰਨ ਦੇ ਲਈ ਪ੍ਰਸਤਾਵ ਲੈ ਕੇ ਆਇਆ, ਪਹਿਲਾਂ ਤਾਂ ਉਹਦੀਆਂ ਮਿੰਨਤਾਂ ਤਰਲੇ ਮੈਂ ਸੁਣੇ, ਫਿਰ ਮੇਰਾ ਮਨ ਪਸੀਜ ਗਿਆ, ਨਹੀਂ ਤਾਂ ਮੈਂ ਗੁੱਸੇ ਵਿੱਚ ਬਹੁਤ ਸੀ। ਕਹਿੰਦਾ ਜਦੋਂ ਮੈਂ ਘੋੜੇ ਤੋਂ ਥੱਲੇ ਉਤਰਿਆ, ਰੱਥ ਤੋਂ ਥੱਲੇ ਉਤਰਿਆ ਨਾ, ਪਹਿਲਾ ਪੈਰ ਥੱਲੇ ਲੱਗਦਿਆਂ ਇੱਕ ਕਿਸਮ ਦਾ ਭੁਚਾਲ ਆ ਗਿਆ, ਜਿਵੇਂ ਭੂਕੰਪ ਆ ਗਿਆ ਹੋਵੇ, ਜਿਵੇਂ ਸਾਰੀ ਪ੍ਰਿਥਵੀ ਹਿੱਲ ਗਈ ਹੋਵੇ, ਐਸਾ ਝਟਕਾ ਲੱਗਿਆ। ਕਿਉਂਕਿ ਕਹਿੰਦਾ ਮੇਰਾ ਰੋਹ ਵੀ ਇੰਨਾ ਸੀ ਨਾ, ਜਿਵੇਂ ਜਿਵੇਂ ਮੈਂ ਕਦਮ ਅੱਗੇ ਧਰ ਰਿਹਾ ਸੀ ਤੇ ਦਰਖਤ ਹਿੱਲ ਰਹੇ ਸੀ, ਉਹਨਾਂ ਦੇ ਪੱਤੇ ਝੜ ਰਹੇ ਸੀ। ਅੱਗੇ ਆਂਦਾ ਜਦੋਂ ਮੈਂ ਗਿਆ ਤੇ ਉਸਨੇ ਗੋਡੇ ਟੇਕ ਕੇ ਮੇਰੇ ਤੋਂ ਮੁਆਫੀ ਮੰਗ ਲਈ। ਇਸ ਕਰਕੇ ਮੈਂ ਉਸਨੂੰ ਜਾਣ ਦਿੱਤਾ, ਨਹੀਂ ਤਾਂ ਮੈਂ ਇਕਲੌਤੀ ਲੜਾਈ ਜਿਹੜੀ ਮੈਂ ਲੜਨੀ ਸੀ ਉਹਦੇ ਵਿੱਚ ਉਹ ਹਸ਼ਰ ਕਰਨਾ ਸੀ ਕਿ ਹੁਣ ਤੱਕ ਇਤਿਹਾਸ ਦੀਆਂ ਕਿਤਾਬਾਂ ਕਾਲੀਆਂ ਹੋਈਆਂ ਹੋਣੀਆਂ ਸੀ ਮੇਰੇ ਕਿੱਸਿਆਂ ਦੇ ਨਾਲ। ਰਾਣੀ ਉਸ ਦੀ ਗੱਲਬਾਤ ਸੁਣਦੀ ਗਈ। ਰਾਣੀ ਨੂੰ ਤਾਂ ਸੀ ਕਿ ਜੋ ਬੋਲ ਰਿਹਾ ਸੱਚ ਹੀ ਹੋਵੇਗਾ। ਅਚਾਨਕ ਉਸ ਬਗੀਚੇ ਦੇ ਵਿੱਚ ਕੁਝ ਸੁੰਦਰ ਚਿੜੀਆਂ ਆਈਆਂ। ਰਾਣੀ ਉਹਨਾਂ ਦੇ ਪਿੱਛੇ ਨੂੰ ਹੋ ਤੁਰੀ। ਰਾਜਾ ਉਸਨੂੰ ਕਹਿ ਰਿਹਾ ਕਿ ਮੇਰੇ ਨਾਲ ਗੱਲਬਾਤ ਕਰ, ਪਰ ਰਾਣੀ ਉਹਨਾਂ ਚਿੜੀਆਂ ਵੱਲ ਜਾ ਰਹੀ ਸੀ। ਅਚਾਨਕ ਇੱਕ ਚਿੜੀ ਨੇ ਰਾਣੀ ਦੇ ਅੰਗੂਠੇ 'ਤੇ ਹਮਲਾ ਕਰ ਦਿੱਤਾ। ਰਾਣੀ ਪੀੜ ਦੇ ਵਿੱਚ ਉੱਚੀ ਉੱਚੀ ਰੋਣ ਲੱਗੀ, ਚੀਕਣ ਲੱਗੀ। ਆ ਕੇ ਰਾਜੇ ਨੂੰ ਦਰਖਾਸਤ ਕਰਦੀ ਹੈ ਕਿ ਤੁਹਾਡੇ ਸਾਹਮਣੇ ਚਿੜੀ ਨੇ ਮੇਰਾ ਇਹ ਹਾਲ ਕਰ ਦਿੱਤਾ ਹੈ ਤੇ ਤੁਸੀਂ ਉਹ ਚਿੜੀ ਜਾ ਕੇ ਫੜੋ। ਰਾਜਾ ਕਹਿੰਦਾ ਕਿ ਮੈਂ ਚਿੜੀ ਕਿਵੇਂ ਫੜਾਂ, ਮੈਂ ਇਨਸਾਨ ਹਾਂ, ਉਹ ਪੰਛੀ ਆ, ਉੱਡ ਜਾਵੇਗੀ। ਰਾਣੀ ਕਹਿਣ ਲੱਗੀ ਕਿ ਗੱਲਾਂ ਤਾਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਕਿ ਮੈਂ ਇਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਬੰਦੇ ਨੂੰ ਹੱਥ ਮਾਰਿਆ ਤੇ ਕਈ ਮੀਲ ਦੂਰ ਜਾ ਕੇ ਡਿੱਗਾ, ਚਿੜੀ ਨਹੀਂ ਫੜ ਸਕਦੇ। ਰਾਜੇ ਨੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ।
ਥੋੜ੍ਹਾ ਸਮਾਂ ਉਸਨੇ ਚਿੜੀ ਪਿੱਛੇ ਬਰਬਾਦ ਕੀਤਾ, ਪਰ ਨਹੀਂ ਫੜੀ ਗਈ। ਥੱਕ ਹਾਰ ਕੇ ਬੈਠ ਗਿਆ। ਰਾਣੀ ਉਸਨੂੰ ਤਾਨੇ ਮਿਹਣੇ ਦੇਣ ਲੱਗੀ। ਰਾਜਾ ਕਹਿੰਦਾ, ਮੈਂ ਚਿੜੀ ਨਹੀਂ ਫੜ ਸਕਦਾ। ਧਰਤੀ 'ਤੇ ਰਹਿਣ ਵਾਲਾ ਕੋਈ ਜੀਵ ਫੜਨਾ ਤਾਂ ਦੱਸ। ਤੇ ਰਾਣੀ ਨੇ ਸਹਿਜ ਸੁਭਾਏ ਕਹਿ ਦਿੱਤਾ ਕਿ ਦੇਖ ਫਿਰ, 24 ਘੰਟਿਆਂ ਦਾ ਤੇਰੇ ਕੋਲੇ ਸਮਾਂ ਹੈ। 8 ਪੈਰ ਨੇ ਤੇਰੇ ਕੋਲੇ। 8 ਪੈਰਾਂ ਦੇ ਵਿੱਚ ਇੱਕ ਸ਼ੇਰ ਦਾ ਸ਼ਿਕਾਰ ਕਰਕੇ ਮੇਰੇ ਅੱਗੇ ਲੈ ਆ। ਰਾਜਾ ਹੁਣ ਇੱਕ ਵਾਰੀ ਡਰ ਵੀ ਗਿਆ। ਹੁਣ ਉੱਥੇ ਦਾਸੀਆਂ ਵੀ ਖੜੀਆਂ ਹੋਈਆਂ ਸਨ। ਉਹਨਾਂ ਨੇ ਪਹਿਲੀਆਂ ਗੱਲਾਂ ਵੀ ਸੁਣੀਆਂ ਸਨ। ਜੇ ਉਹ ਮੁੱਕਰਦਾ ਤੇ ਫਿਰ ਉਸਨੂੰ ਇਹ ਸੀ ਕਿ ਤੋਹੀਨ ਹੋਏਗੀ। ਉਸ ਤੋਂ ਵੱਡੀ ਤੋਹੀਨ ਉਸਨੂੰ ਇਸ ਗੱਲ 'ਚ ਜਾਪਦੀ ਸੀ ਕਿ ਦਾਸੀਆਂ ਨੇ ਜਾ ਕੇ ਜਦੋਂ ਗੱਲ ਦਰਬਾਰ ਦੇ ਵਿੱਚ ਦੱਸੀ ਤਾਂ ਹੋਰ ਜ਼ਿਆਦਾ ਬੇਇੱਜ਼ਤ ਵਾਲੀ ਗੱਲ ਹੋ ਜਾਵੇਗੀ। ਇਸ ਕਰਕੇ ਉਹ ਚੁੱਪਚਾਪ ਆਪਣੇ ਕਕਸ਼ ਵੱਲ ਚਲਿਆ ਗਿਆ। ਸ਼ਾਮ ਦਾ ਵੇਲਾ ਸੀ। ਸਾਰੀ ਰਾਤ ਉਸਨੂੰ ਨੀਂਦ ਨਹੀਂ ਆਈ, ਇਹ ਸੋਚਦਿਆਂ ਕਿ ਮੈਂ ਕੱਲ੍ਹ ਨੂੰ ਸ਼ੇਰ ਦਾ ਸਾਹਮਣਾ ਕਿਵੇਂ ਕਰਾਂਗਾ। ਨਹੀਂ ਕਰਦਾ ਤੇ ਮੈਂ ਜੋ ਕੁਝ ਕਹਿ ਰੱਖਿਆ ਹੈ ਇਹ ਸਾਰਾ ਕੁਝ ਮਿੱਟੀ ਹੋ ਜਾਵੇਗਾ। ਦਿਨ ਚੜ੍ਹਿਆ ਤਾਂ ਸਵੇਰ ਵੇਲੇ ਹੀ ਉਸਨੇ ਮੰਤਰੀ ਨੂੰ ਕੋਲੇ ਸੱਦ ਲਿਆ। ਮੰਤਰੀ ਬਹੁਤ ਸਿਆਣਾ ਇਨਸਾਨ ਸੀ। ਮੰਤਰੀ ਨੂੰ ਕਹਿੰਦਾ ਕਿ ਮੇਰੀ ਮੁੱਛ ਦਾ ਸਵਾਲ ਬਣ ਗਿਆ, ਹੁਣ ਆਪਾਂ ਕੀ ਕਰੀਏ। ਮੰਤਰੀ ਕਹਿੰਦਾ ਕਿ ਮੈਨੂੰ ਕੱਲ੍ਹ ਰਾਤ ਤੋਂ ਇਹ ਖਬਰ ਮਿਲ ਗਈ ਸੀ, ਅਮਲਾ ਫੈਲਾ ਤਿਆਰ ਹੈ, ਸਿਪਾਹੀ ਤਿਆਰ ਨੇ, ਰੱਥ ਤਿਆਰ ਨੇ, ਘੋੜੇ ਤਿਆਰ ਨੇ, ਆਪਣੇ ਜਿਹੜੇ ਸ਼ਸਤਰ ਨੇ ਉਹ ਤੁਸੀਂ ਲੈ ਆਓ ਤੇ ਆਓ ਆਪਾਂ ਚੱਲਦੇ ਹਾਂ ਸ਼ਿਕਾਰ ਵੱਲ। ਰਾਜਾ ਡਰਦਾ ਹਾਂ ਕਰ ਦਿੰਦਾ ਹੈ, ਕਿਉਂਕਿ ਮੁੱਕਰ ਤਾਂ ਹੋ ਸਕਦਾ ਨਹੀਂ। ਫਿਰ ਉਹ ਜੰਗਲ ਵੱਲ ਚਾਲੇ ਪਾ ਦਿੰਦੇ ਨੇ। ਜੰਗਲ 'ਚ ਜਾ ਕੇ ਥੋੜ੍ਹਾ ਸਮਾਂ ਸ਼ੇਰ ਲੱਭਦੇ ਰਹਿੰਦੇ ਨੇ, ਪਰ ਜਿੱਥੇ ਇਨਸਾਨਾਂ ਦਾ ਇੱਕ ਵੱਡਾ ਝੁੰਡ ਹੋਵੇ ਉੱਥੇ ਸ਼ੇਰ ਕਿਵੇਂ ਆ ਸਕਦਾ। ਇਹ ਗੱਲ ਮੰਤਰੀ ਨੇ ਕਹੀ ਕਿ ਦੇਖੋ, ਆਪਾਂ ਇਕੱਠੇ ਤੁਰਦੇ ਰਹੇ, ਇਸ ਤਰ੍ਹਾਂ ਸ਼ੇਰ ਨੇ ਨਹੀਂ ਆਉਣਾ। ਆਪਾਂ ਨੂੰ ਅਲੱਗ-ਅਲੱਗ ਹੋਣਾ ਪਵੇਗਾ। ਆਪਾਂ ਸਿਪਾਹੀਆਂ ਨੂੰ ਅਲੱਗ-ਅਲੱਗ ਦਿਸ਼ਾ ਦੇ ਵਿੱਚ ਭੇਜ ਦਿੰਦੇ ਹਾਂ। ਇਹ ਸ਼ੇਰ ਜਿੱਥੇ ਦੱਸੇਗਾ ਉਹਦਾ ਸ਼ਿਕਾਰ ਕਰ ਲੈਣਗੇ, ਅਤੇ ਜੇ ਆਪਣੇ ਕੋਲ ਆ ਗਿਆ ਤਾਂ ਫਿਰ ਤੁਸੀਂ ਦੱਸਿਆ ਹੀ ਹੈ ਕਿ ਤੁਹਾਨੂੰ ਯੁੱਧ ਦੇ ਵਿੱਚ ਮਹਾਰਤ ਹਾਸਲ ਹੈ। ਉਹ ਕਹਿੰਦਾ ਹਾਂ ਠੀਕ ਹੈ, ਬਿਲਕੁਲ ਇਸ ਤਰ੍ਹਾਂ ਕਰਦੇ ਹਾਂ। ਫਿਰ ਜਦੋਂ ਮੰਤਰੀ ਵੀ ਦੂਰ ਜਾਣ ਲੱਗਿਆ ਤਾਂ ਰਾਜੇ ਨੇ ਉਸਨੂੰ ਬਾਂਹ ਫੜ ਕੇ ਰੋਕ ਲਿਆ ਕਿ ਨਹੀਂ, ਮੈਂ ਨਹੀਂ ਚਾਹੁੰਦਾ ਕਿ ਜੰਗਲ ਦੇ ਵਿੱਚ ਤੇਰਾ ਕੋਈ ਨੁਕਸਾਨ ਹੋ ਜਾਵੇ, ਇਸ ਕਰਕੇ ਮੈਂ ਤੇਰੇ ਨਾਲ ਰਵਾਂਗਾ। ਦਰਅਸਲ ਉਹ ਆਪਣੀ ਰੱਖਿਆ ਕਰਵਾਉਣੀ ਚਾਹੁੰਦਾ ਸੀ। ਮੰਤਰੀ ਮੰਨ ਗਿਆ। ਮੰਤਰੀ ਮਨਾ ਤਾਂ ਨਹੀਂ ਸੀ ਕਰ ਸਕਦਾ। ਉਹ ਦੋਵੇਂ ਜਾਣੇ ਰੱਥ ਵਾਲੇ ਨੂੰ ਕਹਿ ਰਹੇ ਕਿ ਹੌਲੀ ਹੌਲੀ ਰੱਥ ਤੋਰ, ਜ਼ਿਆਦਾ ਆਵਾਜ਼ ਵੀ ਨਾ ਆਵੇ। ਘੋੜਿਆਂ ਦੀ ਹਿਣਕਣ ਦੀ ਆਵਾਜ਼ ਵਾਰੀ ਆ ਰਹੀ ਸੀ, ਕਿਉਂਕਿ ਉਹ ਨਵੀਂ ਥਾਂ 'ਤੇ ਆਏ ਸਨ। ਅਤੇ ਇੰਨੇ ਨੂੰ ਇੱਕ ਸ਼ੇਰ ਸੱਚਮੁੱਚ ਉੱਥੇ ਆ ਗਿਆ। ਹੁਣ ਸ਼ੇਰ ਦੇਖ ਕੇ ਰਾਜੇ ਦੇ ਉੱਪਰਲੇ ਸਾਹ ਉੱਪਰ ਅਤੇ ਹੇਠਾਂ ਵਾਲੇ ਹੇਠਾਂ। ਉਸਨੇ ਰੱਥ ਵਾਲਿਆਂ ਸਾਰਥੀਆਂ ਨੂੰ ਕਿਹਾ ਕਿ ਹੁਣ ਇਹ ਰੱਥ ਭਜਾ ਲਵੋ, ਸ਼ਿਕਾਰ ਕਰਨ ਦਾ ਅੱਜ ਮੇਰਾ ਮਨ ਨਹੀਂ, ਅਤੇ ਇਹ ਨਾ ਹੋਵੇ ਕਿ ਇਹ ਆਪਣਾ ਸ਼ਿਕਾਰ ਕਰ ਲਵੇ। ਸਾਰਥੀਆਂ ਨੂੰ ਜਿਵੇਂ ਹੁਕਮ ਹੋਇਆ ਉਹਨਾਂ ਨੇ ਰੱਥ ਭਜਾਉਣਾ ਸ਼ੁਰੂ ਕਰ ਦਿੱਤਾ। ਰੱਥ ਅੱਗੇ ਅਤੇ ਸ਼ੇਰ ਪਿੱਛੇ। ਅਚਾਨਕ ਰੱਥ ਇੱਕ ਜਗ੍ਹਾ 'ਤੇ ਟਕਰਾਇਆ। ਉੱਥੇ ਹੀ ਮੰਤਰੀ ਡਿੱਗ ਪਿਆ ਅਤੇ ਉੱਥੇ ਹੀ ਰਾਜਾ। ਮੰਤਰੀ ਭੱਜ ਕੇ ਰੁੱਖ 'ਤੇ ਚੜ੍ਹ ਗਿਆ ਅਤੇ ਰਾਜੇ ਨੂੰ ਰੁੱਖ 'ਤੇ ਚੜ੍ਹਨਾ ਨਹੀਂ ਸੀ ਆਉਂਦਾ। ਰਾਜੇ ਨੂੰ ਆਉਂਦਾ ਸੀ ਤਾਂ ਵੱਡੀਆਂ ਗੱਲਾਂ ਕਰਨੀਆਂ ਅਤੇ ਥੋੜ੍ਹਾ ਬਹੁਤ ਭੱਜਣਾ, ਇਸ ਕਰਕੇ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ। ਸ਼ੇਰ ਵੀ ਉਸਦੇ ਪਿੱਛੇ ਭੱਜ ਰਿਹਾ ਸੀ। ਇਸ ਭੱਜ ਦੌੜ ਦੇ ਵਿੱਚ ਰਾਜੇ ਦਾ ਮੁਕਟ ਕਿਤੇ ਡਿੱਗ ਪਿਆ। ਉਸਦੇ ਪਾਈ ਹੋਈ ਸ਼ਾਹੀ ਪੋਸ਼ਾਕ ਵੀ ਹੌਲੀ ਪਾੜਦੀ ਜਾ ਰਹੀ ਸੀ। ਤਲਵਾਰ ਉਸਦੀ ਕਿਤੇ ਡਿੱਗ ਪਈ। ਮੰਤਰੀ ਨੇ ਉਦੋਂ ਤੱਕ ਇੱਕ ਇੰਤਜ਼ਾਮ ਹੋਰ ਕੀਤਾ ਹੋਇਆ ਸੀ। ਉਸਨੂੰ ਪਤਾ ਸੀ ਕਿ ਕੀ ਕੁਝ ਵਾਪਰ ਸਕਦਾ ਹੈ, ਇਸ ਕਰਕੇ ਉਸਨੇ ਸ਼ਿਕਾਰੀਆਂ ਨੂੰ ਪਹਿਲਾਂ ਕਹਿ ਰੱਖਿਆ ਸੀ। ਜਦੋਂ ਸ਼ੇਰ ਉਸਨੂੰ ਢਾਉਣ ਹੀ ਵਾਲਾ ਸੀ ਤਾਂ ਸ਼ਿਕਾਰੀਆਂ ਨੇ ਉਸ 'ਤੇ ਜਾਲ ਪਾਇਆ, ਉਸਨੂੰ ਫੜ ਕੇ ਪਿੰਜਰੇ ਦੇ ਵਿੱਚ ਪਾ ਲਿਆ। ਮੰਤਰੀ ਨੇ, ਸਿਪਾਹੀਆਂ ਨੇ ਭੱਜ ਕੇ ਜਾ ਕੇ ਆਪਣੇ ਰਾਜੇ ਨੂੰ ਫੜਿਆ। ਉਸਦੇ ਸਾਹਾਂ 'ਚ ਸਾਹ ਆਏ, ਉਸਨੂੰ ਪਾਣੀ ਪਿਆਇਆ, ਉਸਨੂੰ ਪੋਸ਼ਾਕ ਦੁਬਾਰਾ ਦਿੱਤੀ, ਮੁਕਟ ਦਿੱਤਾ। ਉਸਦੀ ਕੁਛ ਹਾਲਤ ਸੁਧਰਨ ਲੱਗੀ। ਹਕੀਮ ਨੂੰ ਵੀ ਉਹ ਨਾਲ ਲੈ ਕੇ ਗਏ ਸੀ, ਪਰ ਚੋਰੀ ਲੈ ਕੇ ਗਏ ਸੀ ਕਿ ਰਾਜੇ ਨੂੰ ਪਤਾ ਨਾ ਲੱਗੇ। ਹਕੀਮ ਨੇ ਉਸ ਦਾ ਮਰਜ਼ ਦੇਖਿਆ ਕਿ ਕੀ ਇਸ ਨੂੰ ਦਿੱਕਤ ਆ ਰਹੀ ਹੈ। ਉਸਨੂੰ ਉਸ ਹਿਸਾਬ ਦੇ ਨਾਲ ਉਸਨੇ ਦਵਾ ਦਾਰੂ ਦਿੱਤੀ। ਕੁਝ ਸਮੇਂ ਬਾਅਦ ਜਦੋਂ ਠੀਕ ਹੋਇਆ ਤਾਂ ਫਿਰ ਉਹਨਾਂ ਨੇ ਉਸ ਪਿੰਜਰੇ ਦੇ ਵਿੱਚ ਫੜੇ ਹੋਏ ਸ਼ੇਰ ਨੂੰ ਲੈ ਕੇ ਰਾਜ ਦਰਬਾਰ ਵੱਲ ਚਾਲੇ ਪਾ ਦਿੱਤੇ। ਹੁਣ ਰਾਜਾ ਕਹਿ ਰਿਹਾ ਸਾਰਿਆਂ ਨੂੰ ਕਿ ਜੋ ਕੁਝ ਇੱਥੇ ਹੋਇਆ ਇਸ ਨੂੰ ਇੱਥੇ ਛੱਡ ਜਾਇਓ, ਰਾਜ ਦਰਬਾਰ ਜਾ ਕੇ ਕਿਸੇ ਕੋਲੇ ਗੱਲ ਨਾ ਕਰਿਓ। ਤਾਂ ਮੰਤਰੀ ਕਹਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਸਭ ਨੂੰ ਸਮਝਾ ਦਿੱਤਾ ਕਿ ਕਿਸ ਤਰ੍ਹਾਂ ਕਹਿਣਾ ਕਿ ਇਹ ਸ਼ਿਕਾਰ ਰਾਜੇ ਨੇ ਕਿੰਨੀ ਬਹਾਦਰੀ ਦੇ ਨਾਲ ਕੀਤਾ। ਸੋ ਤੁਸੀਂ ਚਿੰਤਾ ਨਾ ਕਰੋ, ਤੁਸੀਂ ਜਾ ਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਆਦਰ ਸਨਮਾਨ ਹੁੰਦਾ ਹੈ। ਦੂਜੇ ਰਾਜਾਂ ਤੱਕ ਵੀ ਇਹ ਗੱਲ ਪਹੁੰਚ ਜਾਵੇਗੀ ਕਿ ਰਾਜਾ ਅੱਜ ਖੁਦ ਸ਼ੇਰ ਫੜ ਕੇ ਲਿਆਇਆ, ਉਹ ਵੀ ਜਿਉਂਦਾ ਸ਼ੇਰ। ਰਾਜਾ ਦਰਬਾਰ ਪਹੁੰਚਿਆ ਤਾਂ ਉਸ 'ਤੇ ਫੁੱਲ ਬੂਟੀਆਂ ਸੁੱਟਣੀਆਂ ਸ਼ੁਰੂ ਕੀਤੀਆਂ। ਲੋਕਾਂ ਨੇ ਉਸ ਦੀ ਆਰਤੀ ਸ਼ੁਰੂ ਕੀਤੀ, ਉਸ ਦੇ ਸਨਮਾਨ ਵਿੱਚ ਤਾੜੀਆਂ ਵਜਾਉਣੀਆਂ ਸ਼ੁਰੂ ਕੀਤੀਆਂ। ਪਰ ਹੁਣ ਰਾਜੇ ਨੂੰ ਕੋਈ ਇਸ ਚੀਜ਼ 'ਤੇ ਹੰਕਾਰ ਨਹੀਂ ਸੀ ਆ ਰਿਹਾ। ਰਾਜੇ ਨੂੰ ਇਸ ਚੀਜ਼ 'ਤੇ ਕੋਈ ਮਾਣ ਨਹੀਂ ਸੀ ਮਹਿਸੂਸ ਹੋਇਆ। ਉਹ ਅੰਦਰੋਂ ਹੀ ਅੰਦਰ ਸ਼ਰਮ ਮਹਿਸੂਸ ਕਰ ਰਿਹਾ ਸੀ। ਉਹਦਾ ਸਿਰ ਝੁਕਿਆ ਹੋਇਆ ਸੀ। ਹੁਣ ਉਹ ਸਮਝ ਗਿਆ ਸੀ ਕਿ ਵੱਡੀਆਂ ਗੱਲਾਂ ਕਰਨ ਦੇ ਨਾਲੋਂ ਥੋੜ੍ਹਾ ਬਹੁਤ ਅਸਲ ਦੇ ਵਿੱਚ ਵੀ ਕਰਨਾ ਸਿੱਖਣਾ ਚਾਹੀਦਾ ਹੈ। ਜ਼ਮੀਨੀ ਹਕੀਕਤ, ਜ਼ਮੀਨ 'ਤੇ ਜਾ ਕੇ ਕੰਮ ਕਰਨਾ ਵੀ ਆਉਣਾ ਚਾਹੀਦਾ ਹੈ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਕਈ ਵੱਡੇ ਸੰਦੇਸ਼ ਦਿੰਦਾ ਹੈ। ਉਹਨਾਂ ਵਿੱਚੋਂ ਸਭ ਤੋਂ ਵੱਡਾ
ਜਿਹੜਾ ਸਿੱਖਿਆ ਦਿੰਦਾ ਹੈ, ਜਿਹੜਾ ਸਬਕ ਦਿੰਦਾ ਹੈ, ਉਹ ਇਹ ਹੈ ਕਿ ਸਾਨੂੰ ਗੱਲਾਂ ਕਰਨ ਦੇ ਨਾਲੋਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਬਹੁਤੀ ਵਾਰ ਜਦੋਂ ਅਸੀਂ ਝੂਠ ਦਾ ਸਹਾਰਾ ਲੈਂਦੇ ਹਾਂ, ਝੂਠ ਦੇ ਪਲੰਦੇ ਬਣਾਉਂਦੇ ਹਾਂ, ਤਾਂ ਕਦੇ ਨਾ ਕਦੇ ਉਹ ਝੂਠ ਦੇ ਪਲੰਦੇ ਸਾਡੇ ਸਾਹਮਣੇ ਇਸ ਤਰ੍ਹਾਂ ਆ ਕੇ ਖੜੇ ਹੁੰਦੇ ਨੇ ਕਿ ਸਾਨੂੰ ਨਮੋਸ਼ੀ, ਸਾਨੂੰ ਬੇਇੱਜ਼ਤੀ, ਸਾਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਵਾ ਜਾਂਦੇ ਨੇ। ਸੋ ਇਸ ਕਰਕੇ ਓਨਾ ਕੀ ਬੋਲੋ ਜਿੰਨਾ ਕੁ ਸਾਡੇ ਵਿੱਚ ਕਰਨ ਦੀ ਸਮਰੱਥਾ ਹੋਵੇ। ਭਾਵੇਂ ਕਰਨ ਦੀ ਸਮਰੱਥਾ ਜ਼ਿਆਦਾ ਹੋਵੇ ਤਾਂ ਵੀ ਵਿਸ਼ਵਾਸ ਇਸ ਚੀਜ਼ 'ਤੇ ਰੱਖੋ ਕਿ ਜੇ ਮੈਂ ਨਾ ਵੀ ਬੋਲਾਂ ਤਾਂ ਵੀ ਬਿਹਤਰ ਹੈ, ਕਿਉਂਕਿ ਮੇਰੇ ਕੰਮ ਬੋਲਦੇ ਹੋਣਗੇ, ਮੇਰੀ ਜ਼ੁਬਾਨ ਚਾਹੇ ਘੱਟ ਬੋਲੇ।